ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਫੇਸਬੁੱਕ, YouTube, ਇੰਸਟਾਗ੍ਰਾਮ ਦੇ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਅੱਜ ਦਾ ਜਿਹੜਾ ਟੌਪਿਕ ਆ ਨਾ ਲਾਈਵ ਦਾ, ਵੈਸੇ ਮੈਂ ਆਪਦਾ ਪੁਆਇੰਟ ਆਫ ਵਿਊ ਪਿਛਲੀ ਵੀਡੀਓ ਦੇ ਵਿੱਚ ਕਿਊਬਿਕ ਨਾਲ ਸੰਬੰਧਿਤ ਜੋ ਵੀ ਮੈਂ ਕਹਿਣਾ ਚਾਹੁੰਦਾ ਸੀ ਉਹ ਮੈਂ ਕਹਿ ਚੁੱਕਿਆ ਸੀ। ਐਂਡ ਮੇਰਾ ਕੋਈ ਬਹੁਤਾ ਮਨਸਾ ਨਹੀਂ ਸੀ ਮੇਰੀ ਦੁਬਾਰਾ ਮੈਂ ਇਸ ਪ੍ਰੋਗਰਾਮ ਨੂੰ ਲੈ ਕੇ, ਇਸ ਟੌਪਿਕ ਨੂੰ ਲੈ ਕੇ ਲਾਈਵ ਹੋਵਾਂ। ਬਟ ਪਿਛਲੇ ਦਿਨੀ ਕੁਝ ਗੱਲਾਂ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਦੁਬਾਰਾ ਉਹ ਇੱਕ ਡਰ, ਇੱਕ ਭੈ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਸਤੋ, ਅਸਲ ਦੇ ਵਿੱਚ ਨਾ ਦੋ ਤਰੀਕੇ ਨਾਲ ਬਿਜ਼ਨਸ ਕੀਤਾ ਜਾਂਦਾ। ਇੱਕ, ਤੁਸੀਂ ਲੋਕਾਂ ਨੂੰ ਅਵੇਅਰ ਕਰੋ, ਪਰ ਜਦੋਂ ਤੁਸੀਂ ਅਵੇਅਰ ਕਰੋਗੇ ਉਹਦੇ ਨਾਲ ਤੁਹਾਡੀਆਂ ਚੋਰ ਮੋਰੀਆਂ ਬੰਦ ਹੋਣਗੀਆਂ, ਤੁਹਾਨੂੰ ਸਿੱਧੇ ਰਾਹ ਤੁਰ ਕੇ ਆਪਦਾ ਬਿਜ਼ਨਸ ਕਰਨਾ ਪਊਗਾ। ਇੱਕ ਤਰੀਕਾ, ਲੋਕਾਂ ਨੂੰ ਡਰਾਓ। ਜੇ ਤੁਸੀਂ ਡਰਾਉਂਗੇ, ਉਹਦੇ ਪਿੱਛੇ ਕਾਰਨ ਇਹ ਵੀ ਹੈ ਕਿਉਂਕਿ ਦੋਸਤੋ ਕੁਝ ਕੁ ਪ੍ਰੋਬਲਮਸ ਨਾ ਸਾਡੇ ਸੁਭਾਅ 'ਚ ਵੀ ਨੇ। ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ, ਹੁਣ ਖਾਸ ਕਰਕੇ ਕੈਨੇਡਾ ਨੂੰ ਲੈ ਕੇ। ਓਵਰਆਲ ਨਾ ਆਪਾਂ ਸਾਰੀ ਗੱਲ ਕਰੀਏ, ਕੈਨੇਡਾ ਨੂੰ ਲੈ ਕੇ ਨਾ ਸਾਡੇ ਇਮੋਸ਼ਨਸ ਇਸ ਤਰੀਕੇ ਨਾਲ ਕੈਨੇਡਾ ਨਾਲ ਜੁੜ ਚੁੱਕੇ ਆ ਕਿ ਖਾਣੀ ਤਾਂ ਸਾਡੇ ਕੋਲੇ ਉਹ ਲਾਸਟ ਆਪਸ਼ਨ ਇੱਕ ਬਚ ਗਈ ਆ। ਸਾਨੂੰ ਇਹ ਲੱਗਦਾ ਕਿ ਕੈਨੇਡਾ ਹੀ ਇੱਕ ਲਾਸਟ ਆਪਸ਼ਨ ਆ ਹੁਣ ਸਾਡੇ ਕੋਲੇ, ਵੀ ਜਿੱਥੇ ਜਾ ਕੇ ਸਾਡੇ ਬੱਚੇ, ਅਸੀਂ ਆਪਦੇ ਸਿਸਟਮ ਤੋਂ, ਆਪਦੀ ਜਗ੍ਹਾ ਤੋਂ ਇੰਨੇ ਕੁ ਨਾਰਾਜ਼ ਹੋ ਚੁੱਕੇ ਹਾਂ ਕਿ ਹੁਣ ਸਾਨੂੰ ਇਹ ਲੱਗਦਾ ਕਿ ਅਸੀਂ ਜੇ ਸੈਟਲਮੈਂਟ ਸਾਡੀ ਹੋਣੀ ਆ ਉਹ ਕੈਨੇਡਾ ਜਾ ਕੇ ਹੋਣੀ ਆ। ਇੱਥੇ ਰਹਿ ਕੇ ਸਾਡੀ ਜੀਵਨ ਦਾ ਜਿਹੜਾ ਅਗਲਾ ਆਉਣ ਵਾਲਾ, ਜਿਹੜੀ ਸਾਡੀ ਲਾਈਫ ਆ, ਉਹਦਾ ਕੋਈ ਬਹੁਤਾ ਸਾਨੂੰ ਵਿਜ਼ਨ ਕਲੀਅਰ ਨਹੀਂ ਹੈ। ਸੋ ਜਿੱਥੇ ਜਾ ਕੇ ਆਪਣੇ ਲਾਈਫ ਫਿਊਚਰ ਦਾ ਸਵਾਲ ਆ ਜਾਂਦਾ, ਉੱਥੇ ਅਸੀਂ ਪੈਨਿਕ ਵੀ ਜਲਦੀ ਹੁੰਦੇ ਹਾਂ, ਹੌਂਸਲੇ 'ਚ ਵੀ ਜਲਦੀ ਆਉਂਦੇ ਹਾਂ। ਜਦੋਂ ਤਾਂ ਥੋੜ੍ਹਾ ਜਿਹਾ ਰਿਜ਼ਲਟ ਠੀਕ ਆ ਜਾਂਦਾ, ਆਉਣੇ ਸ਼ੁਰੂ ਹੋ ਜਾਂਦੇ ਆ, ਤਾਂ ਅਸੀਂ ਲਲਕਾਰੇ ਵੀ ਬਹੁਤ ਮਾਰਦੇ ਹਾਂ। ਅਤੇ ਜੇ ਮਾੜੀ ਜੀ ਸਾਨੂੰ ਇੰਟਰਪਸ਼ਨ, ਵੇਟ ਜਾਂ ਰਿਜੈਕਸ਼ਨਸ ਦਾ ਸਾਹਮਣਾ ਕਰਨਾ ਪੈ ਜੇ ਤਾਂ ਅਸੀਂ ਚੀਕ ਵੀ ਬਹੁਤ ਛੇਤੀ ਮਾਰਦੇ ਹਾਂ। ਸੋ ਉਸੇ ਚੀਜ਼ ਦਾ ਫਾਇਦਾ ਨਾ ਆਲੀਸ਼ਾਨ ਦਫ਼ਤਰਾਂ 'ਚ ਬੈਠੇ ਹੋਏ ਸਾਡੇ ਵਰਗੇ ਲੋਕ ਚੱਕਦੇ ਨੇ। ਹੁਣ ਕਿਊਬਿਕ ਦੀ ਉਹੀ ਗੱਲ ਚੱਲ ਰਹੀ ਆ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਕਿ ਇਕੱਲੇ ਕਿਊਬਿਕ ਵਾਲੇ ਸਟੂਡੈਂਟ ਆਪਦੇ ਆਪ ਨੂੰ ਨਾ ਇਹ ਕੰਸੀਡਰ ਕਰਨ ਕਿ ਉਹੀ ਫਸੇ ਹੋਏ ਨੇ। ਫੈਮਿਲੀ ਸਟਰੀਮ ਵਾਲੇ ਵੀ ਫਸੇ ਹੋਏ ਨੇ, ਜਿਨ੍ਹਾਂ ਦੇ ਪੱਕੇ ਮੁੰਡੇ ਕੁੜੀਆਂ ਕੈਨੇਡਾ ਤੋਂ ਆ ਕੇ ਇੱਥੇ ਵਿਆਹ ਕਰਾ ਕੇ ਗਏ ਸੀ, ਉਹਨਾਂ ਦੇ ਸਪਾਊਸ ਵੀ ਫਸੇ ਹੋਏ ਨੇ। ਓਪਨ ਵਰਕ ਪਰਮਿਟ ਵਾਲੇ ਵੀ ਫਸੇ ਹੋਏ ਨੇ। ਸਾਰਿਆਂ ਦਾ ਕੰਮ ਹੀ ਆਲਮੋਸਟ ਡਿਲੇ ਆ। ਇੱਥੋਂ ਤੱਕ ਡਿਲੇ ਆ ਕਿ ਮੇਰੀ ਨਿਗਾਹ ਦੇ ਵਿੱਚ ਮੇਰੇ ਕੋਲੋਂ ਇੱਕ ਕੈਨੇਡੀਅਨ ਸਿਟੀਜ਼ਨ ਬੱਚੇ ਦਾ ਪਾਸਪੋਰਟ ਉਹਦੀ ਡੇਟ ਲੰਘ ਚੁੱਕੀ ਸੀ, ਉਹਨੂੰ ਦੁਬਾਰਾ ਇਸ਼ੂ ਕਰਵਾਉਣਾ ਸੀ। ਐਂਡ ਉਹ 2 ਮਹੀਨੇ ਹੋ ਗਏ ਕੈਨੇਡੀਅਨ ਸਿਟੀਜ਼ਨ ਬੱਚੇ ਨੂੰ ਵੇਟ ਕਰਦੇ ਨੂੰ ਪਾਸਪੋਰਟ ਦੇ ਲਈ। ਕਿਉਂਕਿ ਸਿਸਟਮ ਦੇ ਵਿੱਚ ਡਿਸਟਰਬੈਂਸ ਸੀ ਪਿਛਲੇ 1 ਸਾਲ ਤੋਂ। ਉਸ ਡਿਸਟਰਬੈਂਸ ਨੇ ਕਈ ਨਵੀਆਂ ਡਿਸਟਰਬੈਂਸ ਨੂੰ ਜਨਮ ਦਿੱਤਾ। ਸੋ ਉਸ ਚੀਜ਼ ਨੂੰ ਪਹਿਲੀ ਗੱਲ ਤਾਂ ਸਾਨੂੰ ਸਮਝਣਾ ਪਊਗਾ। ਦੂਸਰੀ ਚੀਜ਼, ਫਿਰ ਹੁਣ ਉਹ ਦੋਨੇ ਜਿਹੜੀਆਂ ਸਾਡੇ 'ਤੇ ਪ੍ਰੋਬਲਮਸ ਆਈਆਂ ਹੋਈਆਂ ਨੇ, ਉਹਨਾਂ ਦਾ ਇੱਕ ਹੀ ਹੱਲ ਆ। ਇੱਕ ਹੱਲ ਤਾਂ ਇਹ ਆ ਕਿ ਅਸੀਂ, ਜਿਵੇਂ ਕਿਹਾ ਜਾ ਰਿਹਾ, ਜਿਵੇਂ ਇਹਦੀਆਂ ਗੱਲਾਂ ਹੋ ਰਹੀਆਂ ਸਮਾਜ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਬੈਂਕ ਕਰਪਸ਼ਨਾਂ ਹੋ ਜਾਣਗੀਆਂ, ਕਾਲਜ ਭੱਜ ਜਾਣਗੇ, ਅੱਜ ਮੌਕਾ ਫੀਸਾਂ ਮੁੜਾ ਲਓ, ਫੀਸਾਂ ਮੁੜਾ ਕੇ ਕਿਤੇ ਹੋਰ ਅਪਲਾਈ ਕਰ ਲਓ। ਇੱਕ ਤਰੀਕਾ ਇਹ ਆ ਕਿ ਅਸੀਂ ਆਰਾਮ ਨਾਲ ਪੇਸ਼ੈਂਸ ਰੱਖ ਕੇ ਜਿੱਥੇ ਇੰਨਾ ਟਾਈਮ ਵੇਟ ਕੀਤੀ ਆ ਉੱਥੇ ਹੋਰ ਕਰੀਏ। ਹੁਣ ਬੈਂਕ ਕਰਪਸੀ ਵਾਲੇ ਮਾਮਲੇ ਦੇ ਵਿੱਚ ਬੱਚਿਆਂ ਨੇ ਮੇਰੇ ਤੋਂ ਬੜੇ ਸਵਾਲ ਪੁੱਛੇ। ਉਸ ਤੋਂ ਮੈਂ 2 ਚੀਜ਼ਾਂ ਤੁਹਾਨੂੰ ਕਲੀਅਰ ਕਰਨੀਆਂ ਚਾਹੁੰਦਾ। ਇੱਕ ਤਾਂ ਇਹ ਕਿ ਕੈਨੇਡੀਅਨ ਗੌਰਮੈਂਟ ਨੇ ਜਦੋਂ ਕੋਵਿਡ ਦੇ ਦੌਰਾਨ ਹਾਈ ਕਮਿਸ਼ਨ ਨੂੰ ਦੁਬਾਰੇ ਰੀਓਪਨ ਕੀਤਾ ਰਿਜ਼ਲਟਸ ਦੇਣ ਦੇ ਲਈ, ਤਾਂ ਸਭ ਤੋਂ ਪਹਿਲਾਂ ਜਿਹੜਾ ਮੌਕਾ ਦਿੱਤਾ ਉਹ ਸਟੂਡੈਂਟਸ ਨੂੰ ਦਿੱਤਾ। ਅਤੇ ਹਾਈ ਕਮਿਸ਼ਨ ਦੇ ਮੌਕਾ ਦੇਣ ਦੇ ਪਿੱਛੇ, ਜਿਹੜਾ ਸਟੂਡੈਂਟਸ ਨੂੰ ਉਹਨਾਂ ਦੇ ਕੇਸ ਡੀਲ ਕਰਨ ਦੇ ਪਿੱਛੇ ਕਾਰਨ ਕੀ ਸੀ? ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਸਭ ਤੋਂ ਵੱਧ ਜਿਹੜੇ ਰੈਵਨਿਊ ਵਾਲੇ 5-6 ਬਿਜ਼ਨਸ ਨੇ ਸਾਡੇ, ਉਹਨਾਂ ਵਿੱਚੋਂ ਇੱਕ ਇੰਟਰਨੈਸ਼ਨਲ ਸਟੂਡੈਂਟ ਆ। ਹੁਣ ਜੇ ਕਿਊਬਿਕ ਦੀ ਗੱਲ ਕਰਾਂਗੇ, ਉਹ ਕੈਨੇਡਾ ਦਾ ਇੱਕ ਪਾਰਟ ਆ, ਕੈਨੇਡਾ ਤੋਂ ਬਾਹਰ ਤਾਂ ਹੈ ਨਹੀਂ। ਜਿੰਨਾ ਕਿਊਬਿਕ ਗੌਰਮੈਂਟ ਨੂੰ ਲੋੜ ਆ ਆਪਦੇ ਕਾਲਜਿਸ ਦੀ, ਜਿੰਨੀ ਕਾਲਜਿਸ ਨੂੰ ਸਟੂਡੈਂਟ ਦੀ ਲੋੜ ਆ, ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਕੜੀ ਆਪਸ ਦੇ ਵਿੱਚ ਜੁੜਦੀ ਆ, ਗੌਰਮੈਂਟ ਦੇ ਰੈਵਨਿਊ ਤੋਂ ਲੈ ਕੇ ਕਾਲਜਿਸ ਦੇ ਆਪਦੇ ਪਰਸਨਲ ਰੈਵਨਿਊਜ਼ ਤੱਕ, ਉਹ ਇਹੀ ਦਰਸਾਉਂਦਾ ਕਿ ਆਉਣ ਵਾਲਾ ਜਿਹੜਾ ਸਮਾਂ ਕੈਨੇਡੀਅਨ ਗੌਰਮੈਂਟ ਲਈ, ਕੈਨੇਡੀਅਨ ਕਾਲਜਿਸ ਲਈ, ਉਹ ਬੜਾ ਹੀ ਵਧੀਆ ਆਉਣ ਵਾਲਾ। ਕਿਉਂਕਿ ਕੋਵਿਡ ਨੇ ਬੜਾ ਕੁਝ ਕਲੀਅਰ ਕਰਤਾ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਿਹੜੀਆਂ ਸਰਕਾਰਾਂ ਨੇ ਸਾਨੂੰ ਸਾਂਭਿਆ, ਕਿਹੜੀਆਂ ਨੇ ਨਹੀਂ ਸਾਂਭਿਆ। ਜਿਨ੍ਹਾਂ ਦਾ ਅੱਗੇ ਨਹੀਂ ਵੀ ਮਨ ਸੀ, ਉਹ ਵੀ ਹੁਣ ਮੂਵ ਹੋਣਾ ਚਾਹੁੰਦੇ ਨੇ। ਕੀ ਤੁਹਾਨੂੰ ਇਹ ਲੱਗਦਾ ਕਿ ਇਸ ਸਮੇਂ ਦੌਰਾਨ, ਜਦੋਂ ਕਿ ਆਉਣ ਵਾਲਾ ਸਮਾਂ
ਬਹੁਤ ਹੀ ਕਲੀਅਰ ਕੱਟ ਉਹਨਾਂ ਨੂੰ ਇਹ ਦਿਸਦਾ ਹੋਵੇ ਕਿ ਪ੍ਰੋਫਿਟੇਬਲ ਰਹੂਗਾ। ਜੇ ਅੱਜ ਅਸੀਂ 5000 ਬੱਚਾ ਪੜ੍ਹਾਉਂਦੇ ਹਾਂ ਤਾਂ ਕੱਲ੍ਹ ਨੂੰ ਉਹੀ ਵੱਧ ਕੇ 8000 10000 ਹੋ ਸਕਦਾ। ਤਾਂ ਤੁਹਾਨੂੰ ਲੱਗਦਾ ਕਿ ਕੋਈ ਵੀ ਦੁਕਾਨਦਾਰ, ਕੋਈ ਵੀ ਉਹ ਬਿਜ਼ਨਸਮੈਨ ਜਿਹਨੂੰ ਆਉਣ ਵਾਲੇ ਦਿਨ ਆਪਦੇ ਬਿਜ਼ਨਸ ਦੇ ਵਿੱਚ ਬਹੁਤ ਹੀ ਕਲੀਅਰ ਦਿਸ ਰਹੇ ਹੋਣ ਕਿ ਚੰਗੇ ਆ, ਉਹ ਆਪਦੇ ਬਿਜ਼ਨਸ ਨੂੰ ਜਿੰਦਾ ਲਾ ਕੇ ਭੱਜੂਗਾ। ਦੋਸਤੋ ਮੇਰਾ ਛੋਟਾ ਜਿਹਾ ਬਿਜ਼ਨਸ ਆ, ਮੇਰੇ ਤੇ ਪ੍ਰੋਬਲਮ ਆਈ ਇਨਕਮ ਟੈਕਸ ਨੂੰ ਲੈ ਕੇ। ਹੋਰ ਵੀ ਮੇਰੇ ਕਈ ਮੇਰੇ ਜਿਹੜੇ ਇਸ ਕੰਮ ਦੇ ਵਿੱਚ ਜਿਨ੍ਹਾਂ ਨੇ ਚੰਗੇ ਪੈਸੇ ਕਮਾਏ ਆ, ਉਹਨਾਂ ਤੇ ਵੀ ਇਹ ਪ੍ਰੋਬਲਮ ਆਈ ਕਿ ਅਸੀਂ ਉਹ ਪ੍ਰੋਬਲਮ ਨੂੰ ਬਿਨਾਂ ਫੇਸ ਕੀਤੇ ਤੇ ਜਿੰਦਾ ਲਾ ਕੇ ਆਪਦੇ ਆਫਿਸ ਬੰਦ ਕਰਕੇ ਚਲੇ ਗਏ। ਕਿਉਂ ਨਹੀਂ ਬੰਦ ਕਰਕੇ ਗਏ? ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਸੀ ਕਿ ਪ੍ਰੋਬਲਮਸ ਤਾਂ ਪੈਂਦੀਆਂ ਰਹਿੰਦੀਆਂ ਹੁੰਦੀਆਂ, ਆਉਣ ਵਾਲੇ ਦਿਨ ਨੇ ਜਿਹੜੇ ਇਸ ਬਿਜ਼ਨਸ ਲਈ ਬਹੁਤ ਵਧੀਆ ਨੇ। ਦੇਖੋ ਗੱਲ ਕਲੀਅਰ ਕੱਟ ਕਰੂੰਗਾ ਮੈਂ, ਅਸੀਂ ਇੱਥੇ ਬਿਜ਼ਨਸ ਕਰਨ ਲਈ ਬੈਠੇ ਹਾਂ, ਰੋਜੀ ਰੋਟੀ ਦਾ ਸਵਾਲ ਆ, ਰੋਟੀ ਕਮਾਉਣੀ ਆ, ਪਰ ਕਮਾਉਣੀ ਆ ਸੱਚ ਬੋਲ ਕੇ, ਕੂੜ ਪ੍ਰਚਾਰ ਕੱਟ ਕੇ ਨਹੀਂ ਕਮਾਉਣੀ, ਇਹ ਗੱਲ ਕਲੀਅਰ ਆ। ਕੁਝ ਲੋਕ ਚੰਡੀਗੜ੍ਹ ਦੇ ਆਲੀਸ਼ਾਨ ਦਫ਼ਤਰਾਂ ਦੇ ਵਿੱਚ ਬੈਠ ਕੇ ਨਿੱਤ ਨਵੀਆਂ ਘਾੜਤਾਂ ਘੜਦੇ ਨੇ, ਨਵੇਂ ਤਰੀਕੇ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਨੇ, ਤੁਹਾਨੂੰ ਪੈਨਿਕ ਕਰਕੇ ਪੈਸੇ ਕਮਾਉਣ ਦੀ ਆੜ ਦੇ ਵਿੱਚ ਨੇ। ਪੈਸੇ ਬਥੇਰੇ ਨੇ ਉਹਨਾਂ ਕੋਲੇ, ਪੈਸੇ ਕਮਾਏ ਵੀ ਬਹੁਤ ਨੇ, ਪਰ ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਕਿ ਫਿਰ ਵੀ ਕਿਉਂ ਇੰਨੀ ਲਾਲਸਾ ਵਧੀ ਹੋਈ ਆ ਕਿ ਉਹਨਾਂ ਨੂੰ ਗਲਤ ਰਾਹ ਵੀ ਅਖਤਿਆਰ ਕਰਨੇ ਪੈ ਰਹੇ ਨੇ। ਹੁਣ ਮੈਂ ਇਹ ਗੱਲ ਦੁਬਾਰਾ ਆਉਣਾ ਬੈਂਕਰਪਸੀ ਨੂੰ ਲੈ ਕੇ। ਇੱਕ ਕਾਲਜ ਕਹਿ ਰਹੇ ਨੇ, 10 ਕਾਲਜ ਨੇ ਜਿਹੜੇ ਲਿਸਟ ਦੇ ਵਿੱਚ ਨੇ, ਉਹ ਕਹਿ ਰਹੇ ਨੇ ਵੇਟ ਕਰ ਲਓ, ਫੀਸ ਵਾਪਸ ਲੈਣੀ ਫੀਸ ਵਾਪਸ ਲੈ ਲਓ। ਜੇ ਕਾਲਜ ਨੇ ਭੱਜਣਾ, ਫੀਸ ਕਾਹਤੋਂ ਵਾਪਸ ਦੇ ਰਿਹਾ? ਭੱਜ ਜਾਵੇ ਉਹਨੂੰ, ਤੁਸੀਂ ਫੜ ਕੇ ਰੱਖਿਆ ਹੋਇਆ ਉਹਨੂੰ, ਉਹ ਅੱਜ ਫੀਸ ਕਿਉਂ ਵਾਪਸ ਦੇ ਰਿਹਾ? ਨੰਬਰ 2, ਜਿੰਨੇ ਪੁਰਾਣੇ ਬੱਚੇ ਗਏ ਹੋਏ ਸੀ, ਚਾਹੇ ਉਹ ਮੈਂ ਭੇਜੇ ਚਾਹੇ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਨੇ ਭੇਜਿਆ, ਉਹ ਦੱਸਣ ਕਿ ਉਹਨਾਂ ਨੂੰ ਕਮਿਸ਼ਨ ਨਹੀਂ ਆ ਰਹੇ ਪੁਰਾਣੇ ਬੱਚਿਆਂ ਦੇ। ਜੇ ਕਾਲਜਾਂ ਨੇ ਭੱਜਣਾ ਆ ਤਾਂ ਉਹ ਪੁਰਾਣੇ ਕਮਿਸ਼ਨ ਕਿਉਂ ਰਿਲੀਜ਼ ਕਰ ਰਹੇ ਨੇ? ਭੱਜ ਜਾਣ ਉਹ, ਹੁਣ ਤਾਂ ਟਾਈਮ ਆ, ਪੈਸੇ ਬਚਾਉਣ ਦਾ ਬਹਾਨਾ ਮਿਲਿਆ ਹੋਇਆ, ਨਿਕਲ ਜਾਣ ਬਹਿ। ਦੋਸਤੋ ਰਿਪਿਊਟਡ ਕਾਲਜਸ ਨੇ, ਚੰਗੇ ਕਾਲਜ ਨੇ, ਕੁਝ ਗਲਤੀਆਂ ਕੰਮ ਕਰਦਿਆਂ ਤੋਂ ਹੋ ਗਈਆਂ ਹੋਣਗੀਆਂ, ਉਹ ਆਡਿਟ ਆਈ ਆ, ਉਹਨਾਂ ਦਾ ਹਰਜਾਨਾ ਜੋ ਪਊਗਾ ਉਹ ਭਰ ਦੇਣਗੇ। ਸਾਰਾ ਜ਼ੋਰ ਲੱਗੂਗਾ, ਸਾਰਾ ਜ਼ੋਰ ਲੱਗਿਆ ਹੋਇਆ ਕਿ ਕਾਲਜ ਐਜ਼ ਸੂਨ ਐਜ਼ ਨੋਰਮਲ ਵਰਕ ਰੂਟੀਨ ਵੱਲ ਨੂੰ ਵਧਣਗੇ। ਜਿਹੜੀ ਬੈਂਕਰਪਸੀ ਵਾਲੀ ਗੱਲ ਆ, ਇਹ ਜਿਹੜੇ ਰਿਲੇਟ ਕਰਦੇ ਨੇ ਨਾ, ਐਗਜ਼ਾਮਪਲਾਂ ਦਿੱਤੀਆਂ ਯੂਕੇ ਦੀਆਂ, ਅੱਜ ਤੋਂ 8-10 ਸਾਲ ਪਹਿਲਾਂ ਇਹਨਾਂ ਲੋਕਾਂ ਨੇ ਤੱਕੜ ਲਾ ਕੇ ਤੋਲ ਕੇ ਪੈਸੇ ਕਮਾਏ ਨੇ ਯੂਕੇ ਦੇ ਵਿੱਚੋਂ। ਅੱਜ ਇਹ ਉਹੀ ਉਦਾਹਰਨਾਂ ਦੇ ਕੇ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹਨਾਂ ਤੋਂ ਬਿਠਾ ਕੇ ਪੁੱਛੋ ਕਿ ਕੈਸ਼ ਪੈਸੇ ਫੜੇ ਨਹੀਂ ਤੁਸੀਂ ਲੋਕਾਂ ਤੋਂ? ਕੀ ਤੁਸੀਂ ਪ੍ਰਾਈਵੇਟ ਕਾਲਜਾਂ ਨੂੰ ਕੈਸ਼ ਪੈਸੇ ਦੇ ਕੇ ਕੈਸ਼ ਲੈਟਰਸ ਇਸ਼ੂ ਨਹੀਂ ਕਰਵਾਈਆਂ? ਹੁਣ ਜਿਹਦੇ ਨਾਲ ਤੁਸੀਂ ਕੈਸ਼ ਪੈਸਿਆਂ 'ਚ ਡੀਲ ਕੀਤਾ ਹੋਊਗਾ, ਉਹ ਤਾਂ ਭੱਜਣ ਹੀ ਆਇਆ ਸੀ। ਕੈਨੇਡੀਅਨ ਗੌਰਮੈਂਟ ਕੋਲੇ ਬੱਚਿਆਂ ਵੱਲੋਂ ਭੇਜੇ ਗਏ ਇੱਕ ਪੈਨੀ ਦਾ ਰਿਕਾਰਡ ਆ ਦੋਸਤੋ। ਬੈਂਕ ਰਾਹੀਂ ਪੈਸੇ ਗਏ ਨੇ ਬੈਂਕ ਅਕਾਊਂਟਾਂ ਦੇ ਵਿੱਚ ਕਾਲਜਸ ਦੇ। ਕਿਵੇਂ ਕਹਿ ਦੇਣਗੇ ਵੀ ਆਇਆ ਨਹੀਂ ਪੈਸਾ, ਕਿਵੇਂ ਕਹਿ ਦੇਣਗੇ ਅੱਜ ਹੈ ਨਹੀਂ? ਸਾਰਾ ਕੁਝ ਔਨ ਰਿਕਾਰਡ ਆ। ਪਰ ਇਹ ਫਿਰ ਦੁਬਾਰਾ ਉਲਝਾ ਕੇ ਤੁਹਾਨੂੰ ਉਹੀ ਖੇਡ ਖੇਡਣੀ ਚਾਹੁੰਦੇ ਨੇ ਵੀ ਕੈਸ਼ ਹੀ ਪੈਸੇ ਦੇ ਦਿਓ, ਸਾਰਾ ਕੁਝ ਅਸੀਂ ਕੈਸ਼ ਹੀ ਕਰੀਏ, ਪੈਕੇਜ ਕਰਾਂਗੇ। ਉੱਥੇ ਵੀ ਕੁਝ ਪ੍ਰਾਈਵੇਟ ਫਰਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ, ਕੋਈ ਜਿਨ੍ਹਾਂ ਦਾ ਸਿਸਟਮ ਨਹੀਂ, ਕੋਈ ਜਿਨ੍ਹਾਂ ਦੇ ਵਿੱਚ ਪੜ੍ਹਾਈ ਦਾ ਹਦਾਰੋ ਮਦਾਰ ਨਹੀਂ, ਕੋਈ ਅੱਗੇ ਉਹਨਾਂ ਦਾ ਕੋਈ ਪਲਾਨ ਆਫ ਐਕਸ਼ਨ ਨਹੀਂ, ਕੋਈ ਉਹਨਾਂ ਦਾ ਇਹ ਨਹੀਂ ਹੈ ਵੀ ਅੱਗੇ ਤੁਹਾਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਸੈਟਲਮੈਂਟ ਪਲਾਨ ਵੱਲ ਨੂੰ ਲੈ ਕੇ ਜਾਣਾ। ਉੱਥੇ ਬਸ ਕੈਸ਼ ਦੇ ਵਿੱਚ ਹੀ ਉਹਨਾਂ ਨਾਲ ਕੰਮ ਕਰਨਗੇ, ਉਹੀ ਦੁਬਾਰੇ ਚੀਜ਼ਾਂ ਸਾਰੀਆਂ ਦੁਹਰਾਉਣੀਆਂ ਚਾਹੁੰਦੇ ਨੇ। ਕਿਉਂਕਿ ਸਿੱਧੇ ਰਾਹ ਤੋਂ ਉਖਾੜ ਕੇ ਤੁਹਾਨੂੰ ਪੱਟ ਕੇ ਉੱਧਰੋਂ ਪੁੱਠੇ ਰਾਹਾਂ ਵੱਲ ਲਿਜਾਣਾ ਚਾਹੁੰਦੇ ਨੇ। ਕਿਉਂਕਿ ਅੱਜ ਥੋੜ੍ਹੀ ਜਿਹੀ ਡਿਸਟਰਬੈਂਸ ਆ ਗਈ, ਸਿੱਧੇ ਰਾਹਾਂ 'ਤੇ ਚੱਲਦੇ ਹੋਏ ਡਿਸਟਰਬੈਂਸ ਆਉਂਦੀ ਆ, ਸਾਹਮਣਾ ਵੀ ਕਰਨਾ ਪੈਂਦਾ। ਇਹ ਡਿਸਟਰਬੈਂਸ ਆ, ਇਹ ਨਿਕਲ ਜੂਗੀ ਦੋਸਤੋ। ਦੇਖੋ ਜਿਹੜੀ ਡਰਾ ਕੇ ਕੀਤੀ ਗਈ ਦੋਸਤੋ, ਸਾਨੂੰ ਰਾਜਨੀਤੀ ਵੀ ਡਰਾ ਕੇ ਕੀਤੀ ਜਾਂਦੀ ਆ, ਸਾਨੂੰ ਦਵਾਈਆਂ ਵੀ ਡਰਾ ਕੇ ਵੇਚੀਆਂ ਜਾਂਦੀਆਂ ਨੇ। ਹੁਣ ਸਾਡੇ ਕੰਮ ਦੇ ਵਿੱਚ ਵੀ ਇਹੀ ਚੀਜ਼ ਚੱਲ ਪਿਆ ਵੀ ਲੋਕਾਂ ਨੂੰ ਡਰਾਓ, ਕਿਉਂਕਿ ਉਹ ਡਰਦੇ ਨੇ, ਉਹਨਾਂ ਨੂੰ ਲੱਗਦਾ ਸਾਡਾ ਫਿਊਚਰ ਹੋਰ ਕਿਤੇ ਹੈ ਨਹੀਂ, ਸਾਡਾ ਫਿਊਚਰ ਕੈਨੇਡਾ ਦੇ ਵਿੱਚ ਆ। ਇਹਨਾਂ ਨੂੰ ਇਸ ਤਰੀਕੇ ਨਾਲ ਡਰਾਓ, ਅਵੇਅਰ ਨਾ ਕਰੋ, ਦੱਸਿਓ ਨਾ ਕੁਛ ਨਾ, ਇਹਨਾਂ ਨੂੰ ਚੰਗੇ ਕੋਰਸਾਂ ਬਾਰੇ ਦੱਸੋ। ਦੋਸਤੋ ਮੈਂ 1-2 ਕੰਸਲਟੈਂਟਸ ਨੂੰ ਛੱਡ ਕੇ, ਸਿਰਫ 1-2 ਕੰਸਲਟੈਂਟਸ ਨੂੰ ਛੱਡ ਕੇ ਤੁਸੀਂ ਦੱਸੋ। ਅੱਜ ਤੁਸੀਂ ਵੀਡੀਓਜ਼ ਆਪਦੀਆਂ ਓਪਨ ਕਰ ਲਓ। ਆਹ ਮੇਰਾ ਲਾਈਵ ਸੈਸ਼ਨ ਜਿਹੜੇ ਸੁਣ ਰਹੇ ਨੇ 230 ਬੰਦੇ ਜੁੜੇ ਹੋਏ ਨੇ। ਮੈਂ 230 ਬੰਦਿਆਂ ਨੂੰ ਬੇਨਤੀ ਕਰਦਾ ਕਿ ਇਦੋਂ ਜਦੋਂ ਲਾਈਵ ਸੈਸ਼ਨ ਖਤਮ ਹੋ ਜਾਊਗਾ, ਹਰੇਕ ਪੇਜ 'ਤੇ ਜਾਓ, ਸਰਚ ਕਰੋ, ਦੇਖੋ ਕੀ ਵੀਡੀਓਜ਼ ਬਣ ਰਹੀਆਂ ਨੇ। ਤੁਹਾਨੂੰ ਪੜ੍ਹਨ ਲਈ ਭੇਜਿਆ ਜਾਂਦਾ, ਕੋਈ ਬੰਦਾ ਕਾਲਜ ਦੀ, ਕੋਈ ਬੰਦਾ ਕੋਰਸ ਦੀ, ਕੋਈ ਬੰਦਾ ਪਰਮਾਨੈਂਟ ਰੈਜ਼ੀਡੈਂਸੀ ਦੇ ਪਲਾਨਸ ਦੀ ਕੋਈ ਗੱਲ ਕਰ ਰਿਹਾ।
ਫੀ ਆਫਟਰ ਵੀਜ਼ਾ, ਫੀ ਬਿਫੋਰ ਵੀਜ਼ਾ, ਲੀਵ ਘੱਟ ਦੇ ਦਿਓ, ਆਫਰ ਲੈਟਰ ਮੁਫਤ ਲੈ ਲਓ, ਲੈਪਟਾਪ ਲੈ ਲਓ, 에ਅਰ ਟਿਕਟ ਲੈ ਲਓ। ਇਹੋ ਜਿਹੀਆਂ ਘਟੀਆ ਲੈਵਲ ਦੀ ਐਡਵਰਟੀਜ਼ਮੈਂਟਸ ਚੱਲ ਰਹੀਆਂ ਨੇ। ਮੈਨੂੰ ਤਾਂ ਡਰ ਆ, ਮੈਨੂੰ ਇਹ ਡਰ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕ ਇਹ ਨਾ ਕਿਤੇ ਪਲਾਨ ਚਲਾ ਲੈਣ ਨਵਾਂ ਕਿ ਅਸੀਂ ਤੁਹਾਡੇ ਘਰੇ ਰਾਸ਼ਨ ਸਟਾਇਆ ਕਰਾਂਗੇ, ਜੇ ਤੁਸੀਂ ਸਾਡੇ ਤੋਂ ਕੇਸ ਲਵਾਓਗੇ ਆਉਣ ਵਾਲਾ ਜਿਹੜਾ 6 ਮਹੀਨੇ ਆ ਨਾ, ਅਸੀਂ ਰਾਸ਼ਨ ਵੀ ਦੇਣਾ ਤੁਹਾਨੂੰ, 6 ਮਹੀਨੇ ਰਾਸ਼ਨ ਦੇਵਾਂਗੇ ਤੁਹਾਨੂੰ, ਆਟਾ ਦਾਲਾਂ ਸਾਰਾ ਕੁਝ ਤੁਹਾਡੇ ਘਰੇ ਸਟਾਵਾਂਗੇ। ਜਿਹੜੇ ਇਹਨਾਂ ਦੇ ਹਾਲਾਤ ਹੋ ਚੁੱਕੇ ਨੇ, ਸਾਰਾ ਟੋਟਲੀ ਐਜੂਕੇਸ਼ਨ ਦਾ ਜਿਹੜਾ ਮਾਡਲ ਆ ਉਹਨੂੰ ਚੇਂਜ ਕਰਕੇ ਟੋਟਲੀ ਕਮਰਸ਼ੀਅਲ ਕਰਤਾ। ਜ਼ਰੂਰੀ ਆ ਕਮਰਸ਼ੀਅਲਾਈਜੇਸ਼ਨ, ਪੈਸੇ ਫੇਰ ਬਿਜ਼ਨਸ ਚੱਲਣਗੇ, ਇੰਪਲੋਇਮੈਂਟਸ ਜਨਰੇਟ ਹੋਣਗੀਆਂ। ਇੱਕ ਬਿਜ਼ਨਸਮੈਨ ਫੇਰ ਹੀ ਤੁਹਾਨੂੰ ਚੰਗੀ ਸਰਵਿਸ ਦੇ ਸਕਦਾ ਜੇ ਉਹ ਪੈਸੇ ਕਮਾਵੇ। ਥੋੜ੍ਹੇ ਪੈਸੇ ਕਮਾਏ ਨੇ ਇਹਨਾਂ ਲੋਕਾਂ ਨੇ, ਜੋ ਇਹਨਾਂ ਦੀ ਭੁੱਖ ਨਹੀਂ ਮਰ ਰਹੀ ਅੱਜ ਵੀ ਇਹ ਗਲਤ ਤਰੀਕੇ ਨਾਲ ਤੁਹਾਡੇ ਤੋਂ 14 15 ਲੱਖ ਦੇ ਪੈਕੇਜ ਕਰਕੇ ਤੁਹਾਡੇ ਤੋਂ ਇਹ ਲੋਕ ਖੋਹਣਾ ਚਾਹੁੰਦੇ ਨੇ ਸਭ ਕੁਝ। ਦੋਸਤੋ ਸਮਝੋ, ਲੌਜੀਕਲੀ ਤੁਹਾਨੂੰ ਸਮਝਣਾ ਪੈਣਾ, ਦਿਮਾਗ ਤੋਂ ਕੰਮ ਲੈਣਾ ਪੈਣਾ। ਸਿਰਫ ਤੇ ਸਿਰਫ ਦਿਲ ਤੋਂ ਕੰਮ ਨਾ ਲਿਆ ਕਰੋ। ਦਿਲ ਤੋਂ ਮੋਸ਼ਨਸ ਆਉਂਦੇ ਨੇ, ਦਿਮਾਗ ਤੋਂ ਲੌਜਿਕਸ ਕਲੀਅਰ ਹੁੰਦੇ ਨੇ। ਥੋੜ੍ਹੇ ਜਿਹੇ ਲੌਜੀਕਲੀ ਸੋਚਣਾ ਪਊਗਾ ਵੀ ਜਿਹੜੀ ਕੰਟਰੀ ਇਹ ਕਹਿ ਰਹੀ ਆ ਕਿ ਸਾਨੂੰ ਜ਼ਰੂਰਤ ਆ ਇਮੀਗ੍ਰੈਂਟਸ ਦੀ, ਸਾਡੇ 5 ਵੱਡੇ ਰੈਵਨਿਊ ਵਾਲੇ ਬਿਜ਼ਨਸ ਦੇ ਵਿੱਚੋਂ ਇੱਕ ਬਿਜ਼ਨਸ ਆ ਇੰਟਰਨੈਸ਼ਨਲ ਸਟੂਡੈਂਟ। ਉਹ ਤੁਹਾਨੂੰ ਤੁਹਾਡੇ ਤੇ ਕੋਈ ਆਂਚ ਆਉਣ ਦੇ ਦੂ ਉਹ ਕੰਟਰੀ। ਮਾੜੀ ਜੀ ਵੀ ਜਿਹੜੀ ਨੈਗੇਟਿਵ ਐਂਬਲਮ ਆ ਨਾ ਦੋਸਤੋ, ਉਹ ਗ੍ਰਾਫ ਥੱਲੇ ਸੱਟ ਦਿੰਦੀ ਆ ਬਿਜ਼ਨਸ ਦਾ, ਰੈਵਨਿਊ ਦਾ, ਪੇਮੈਂਟਸ ਦਾ। ਸ਼ੇਅਰ ਮਾਰਕੀਟ ਸੁਣੀ ਹੈ ਨਾ, ਮਾੜੀ ਜੀ ਵੀ ਕਿਸੇ ਕੰਪਨੀ ਬਾਰੇ ਕੋਈ ਬੈਡ ਐਮਬਲਮ ਹੋ ਜੇ, ਕੋਈ ਬੈਡ ਐਡਵਰਟਾਈਜ਼ਮੈਂਟ ਹੋ ਜੇ, ਬੈਡ ਕੋਈ ਖਬਰ ਆ ਜੇ ਨਾ, ਤਾਂ ਸ਼ੇਅਰ ਡਿੱਗ ਪੈਂਦਾ। ਉਵੇਂ ਹੀ ਸੇਮ ਆ ਕਿਊਬਿਕ ਬਾਰੇ ਸੋਚੋ। ਪਹਿਲਾਂ ਹਰ ਦੂਸਰਾ ਬੱਚਾ ਕਹਿੰਦਾ ਸੀ ਜੀ ਸਾਨੂੰ ਕਿਊਬਿਕ ਭੇਜ ਦਿਓ। ਅੱਜ ਜੇ ਤੁਸੀਂ ਮਿੰਨਤਾਂ ਵੀ ਕੱਢਦੇ ਹੋ, ਕਿਊਬਿਕ ਵੱਲ ਨੂੰ ਮੂੰਹ ਕਰਦਾ ਕੋਈ? ਕੀ ਇਹ ਇਮੇਜ ਕਿਊਬਿਕ ਬਰਕਰਾਰ ਰੱਖਣੀ ਚਾਹੂਗਾ ਵੀ ਸਾਡੇ ਕੋਈ ਇੰਟਰਨੈਸ਼ਨਲ ਸਟੂਡੈਂਟ ਨਾ ਆਵੇ? ਹਰ ਰੋਜ਼ ਨਵੇਂ ਅੰਕੜੇ, ਅਖਬਾਰਾਂ ਦੇ ਵਿੱਚ ਨਵੇਂ ਅੰਕੜੇ, ਕੋਈ ਕਹਿੰਦਾ 34,000 ਸਟੂਡੈਂਟ, ਕੋਈ ਕਹਿੰਦਾ 20,000 ਸਟੂਡੈਂਟ, ਕੋਈ ਕਹਿੰਦਾ 14 ਕਰੋੜ ਡਾਲਰ। ਬੇਤੁਕੀਆਂ ਗੱਲਾਂ ਬਸ, ਸਿਰਫ ਤੇ ਸਿਰਫ। ਕਾਰਨ ਕੀ ਉਹਦੇ ਪਿੱਛੇ? ਕਿਉਂਕਿ ਅਸੀਂ ਪੈਨਿਕ ਹਾਂ। ਅਸੀਂ ਉਹਨਾਂ ਨੂੰ ਇਹ ਸ਼ੋਅ ਕਰਤਾ ਕਿ ਅਸੀਂ ਪੈਨਿਕ ਹਾਂ। ਦੋਸਤੋ ਮੈਨੂੰ ਨਹੀਂ ਪਤਾ ਰਿਜ਼ਲਟ ਕੀ ਆਉਣੇ ਨੇ, ਵੀਜ਼ੇ ਮਿਲਣੇ ਨੇ, ਰਿਫਿਊਜ਼ਲ ਆਉਣੀਆਂ, ਪਰ ਮੈਨੂੰ ਇਹ ਪਤਾ ਵੀ ਰਿਜ਼ਲਟ ਜ਼ਰੂਰ ਆਉਣੇ ਨੇ। ਰਿਜ਼ਲਟ 100% ਆਉਣੇ ਨੇ। ਸੋ ਜਿੱਥੇ ਇੰਨਾ ਸਮਾਂ ਵੇਟ ਕੀਤੀ ਹੋਈ ਹੈ ਨਾ ਦੋਸਤੋ, ਜੇ ਤੁਹਾਨੂੰ ਲੱਗਦਾ ਤੁਸੀਂ ਕਾਲਜ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ, ਜੇ ਤੁਹਾਡੀ ਆਪਦੀ ਮਰਜ਼ੀ ਆ, ਤਾਂ ਤੁਸੀਂ ਉਹਨੂੰ ਨੋਰਮਲ ਤਰੀਕੇ ਨਾਲ ਜੋ ਉਹਨਾਂ ਨੇ ਪ੍ਰੋਸੈਸ ਦੱਸਿਆ, ਕਾਲਜ ਕਹਿ ਰਹੇ ਨੇ, ਕਾਲਜ ਨੇ ਤੁਹਾਨੂੰ ਈਮੇਲ ਕੀਤੀ ਇਕੱਲੇ ਬੱਚੇ ਨੂੰ, ਭਾਈ ਜੇ ਤੁਸੀਂ ਵੇਟ ਨਹੀਂ ਕਰ ਸਕਦੇ ਆਪਦੀ ਫੀਸ ਵਾਪਸ ਲੈ ਲਓ। ਪਰ ਨਵੀਂ ਸ਼ੁਰਲੀ ਇੱਕ ਵਿੱਚ ਛੱਡੀ ਗਈ ਵੀ ਬੈਂਕਰਪਟ ਹੋ ਜਾਣਗੇ, ਕਾਲਜ ਭੱਜ ਜਾਣਗੇ। ਉਹ ਤੁਹਾਡੀਆਂ ਮਿਹਨਤਾਂ ਕੱਢੀ ਜਾਂਦੇ, ਆਪਦੇ ਪੈਸੇ ਵਾਪਸ ਲੈ ਲਓ। ਜੇ ਉਹਨਾਂ ਨੇ ਭੱਜਣਾ, ਉਹਨਾਂ ਨੇ ਤੁਹਾਨੂੰ ਪੈਸੇ ਕਿਉਂ ਵਾਪਸ ਦੇਣ? ਭੱਜ ਜਾਣ ਫਿਰ ਚੁੱਪ ਕਰਕੇ ਬੈਠੇ ਰਹਿਣ। ਇਸ ਲਈ ਇਲੌਜੀਕਲ ਗੱਲਾਂ ਜਿਹੜੀਆਂ ਸੁਣਨੀਆਂ ਤੁਹਾਨੂੰ ਬੰਦ ਕਰਨੀਆਂ ਹੋਣਗੀਆਂ। ਮੈਨੂੰ ਬੜੀ ਖੁਸ਼ੀ ਆ, ਬਹੁਤ ਸਟੂਡੈਂਟ ਨੇ ਜਿਨ੍ਹਾਂ ਨੇ ਉਹ ਸੁਣਨੀਆਂ ਬੰਦ ਕੀਤੀਆਂ ਨੇ, ਤਾਂ ਹੀ ਇਹ ਨਵੀਆਂ ਹੁਣ ਚੀਜ਼ਾਂ ਲੱਭ ਰਹੇ ਨੇ। ਪੈਕੇਜ ਵਿਕਣੇ ਘੱਟ ਹੋਏ ਨੇ, ਪ੍ਰਾਈਵੇਟ ਕਾਲਜ ਲੋਕਾਂ ਨੇ ਲੈਣੇ ਘੱਟ ਕੀਤੇ ਨੇ, ਜਿੱਥੇ ਵਰਕ ਪਰਮਿਟ ਦਾ ਕੋਈ ਸਿਸਟਮ ਨਹੀਂ ਸੀ, ਜਿੱਥੇ ਪੜ੍ਹਨਾ ਨਹੀਂ ਪੈਂਦਾ ਸੀ ਜਾ ਕੇ, ਉਹ ਚੀਜ਼ਾਂ ਨੇ ਬੜਾ ਨਮੋਸ਼ ਕੀਤਾ ਕੁਝ ਲੋਕਾਂ ਨੂੰ। ਫਿਰ ਉਸ ਤੋਂ ਬਾਅਦ ਹੁਣ ਉਹ ਇੱਕ ਨਵੀਂ ਖੇਡ ਰਚਣੀ ਚਾਹੁੰਦੇ ਨੇ ਵੀ ਜਿੱਥੇ ਤੁਹਾਨੂੰ ਲੱਗੇ ਨਾ ਵੀ ਹੁਣ ਆਹ ਪ੍ਰੋਬਲਮ ਹੈਗੀ ਆ, ਜਿੱਥੇ ਤੁਹਾਨੂੰ ਲੱਗੇ ਨਾ ਵੀ ਹੁਣ ਆਹ ਤਰੀਕਾ ਨਹੀਂ ਕੰਮ ਕਰ ਰਿਹਾ, ਉੱਥੇ ਹੁਣ ਕੋਈ ਨਵਾਂ ਤਰੀਕਾ ਲੱਭੋ ਲੋਕਾਂ ਨੂੰ ਡਰਾਉਣ ਦਾ, ਫਿਰ ਉਹਦੇ ਰਾਹੀਂ ਡਰਾਓ। ਮੇਰੀ ਇਹ ਬੇਨਤੀ ਆ, ਕਿਤੇ ਨਹੀਂ ਬੈਂਕਰਪਸੀਆਂ ਕਰਨ ਲੱਗੇ ਇਹ ਕਾਲਜ। ਜਿਨ੍ਹਾਂ ਨੇ ਬੈਂਕਰਪਟ ਹੋਣਾ ਹੁੰਦਾ ਨਾ, ਉਹ ਆਪਦੇ ਸਿਰ ਖੜੇ ਹੋਏ ਪੈਸੇ ਈਮੇਲਾਂ ਕਰ ਨਹੀਂ ਮੋੜਦੇ। ਨਾਲੇ ਔਨ ਰਿਕਾਰਡ ਪੈਸੇ ਗਏ ਹੋਏ ਨੇ। ਇਹ ਕਿਸੇ ਨੂੰ ਆਪਾਂ ਜਾ ਕੇ ਕੈਸ਼ ਨਹੀਂ ਫੜਾ ਕੇ ਆਏ ਵੀ ਭਾਈ ਹੌਲੀ ਕਿਤੇ ਨੇ ਫੜਾਇਆ ਤੇ ਅਗਲਾ ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਕੋਲੇ ਕੀ ਪ੍ਰੂਫ ਆ, ਤੁਸੀਂ ਮੈਨੂੰ ਪੈਸੇ ਦੇ ਕੇ ਗਏ ਹੋ। ਵਾਇਰ ਟ੍ਰਾਂਸਫਰਸ ਹੋਈਆਂ ਨੇ ਤੁਹਾਡੇ ਅਕਾਊਂਟ 'ਚੋਂ, ਡਾਇਰੈਕਟ ਕਾਲਜਸ ਦੇ ਅਕਾਊਂਟ ਦੇ ਵਿੱਚ ਗਏ ਹੋਏ ਪੈਸੇ ਨੇ, ਔਨ ਰਿਕਾਰਡ ਆ ਸਾਰਾ ਕੁਛ। ਇਸ ਲਈ ਮੇਰੀ ਬੇਨਤੀ ਆ, ਬਿਲਕੁਲ ਨਾ ਇਹਨਾਂ ਗੱਲਾਂ ਦੇ ਵਿੱਚ ਆਓ, ਬਿਲਕੁਲ ਇਹਨਾਂ ਗੱਲਾਂ ਨੂੰ ਲੈ ਕੇ ਪੈਨਿਕ ਨਾ ਹੋਵੋ, ਬਿਲਕੁਲ ਇਹਨਾਂ ਚੀਜ਼ਾਂ ਨੂੰ ਲੈ ਕੇ ਉਦਾਸ ਨਾ ਹੋਵੋ। ਆਪਦਾ ਆਰਾਮ ਨਾਲ, ਜਿੱਥੇ ਇੰਨਾ ਟਾਈਮ ਸਮਾਂ ਵੇਟ ਕੀਤੀ ਆ, ਹਰ ਬੰਦਾ ਵੇਟ ਕਰ ਰਿਹਾ ਦੋਸਤੋ। ਹੁਣ ਜਿਹੜੇ ਸਟੂਡੈਂਟਾਂ ਦੇ ਵੀਜ਼ੇ ਲੱਗੇ ਹੋਏ ਚਲੇ ਗਏ, ਉਹ ਵੀ ਬੈਠੇ ਵੇਟ ਕਰ ਰਹੇ ਨੇ ਇੱਥੇ। ਜਿਨ੍ਹਾਂ ਦੇ ਪਾਸਪੋਰਟ ਵੀਜ਼ਾ ਸਟੈਂਪ ਹੋਣ ਲਈ ਗਏ ਸੀ, ਬਿਨਾਂ ਸਟੈਂਪ ਕੀਤੇ VCA ਨੇ ਵਾਪਸ ਭੇਜਤੇ। ਉਹ ਕਹਿੰਦੇ ਦਿੱਲੀ ਲੋਕਡਾਊਨ ਆ, ਅਸੀਂ ਟਰੈਵਲ ਨਹੀਂ ਕਰਾ ਸਕਦੇ ਤੁਹਾਡਾ ਪਾਸਪੋਰਟ ਅੰਬੈਸੀ ਤੱਕ, ਚੱਕੋ ਉਹਦੇ ਪਾਸਪੋਰਟ। ਇਸ ਲਈ ਜਦੋਂ ਸਮਾਂ ਇਹੋ ਜਿਹਾ ਗੰਭੀਰ ਹੋਵੇ ਨਾ ਚੱਲਦਾ,
ਉਦੋਂ ਨਹੀਂ ਬਾਹਲਾ ਇਹ ਜਿਹੜੇ ਤੁਹਾਡੇ ਫਿਰ ਤਰੀਕੇ ਹੁੰਦੇ ਨਾ, ਜਿਸ ਹਿਸਾਬ ਨਾਲ ਅਸੀਂ ਪੈਨਿਕ ਹੁੰਦੇ ਆ, ਇਹਦਾ ਫਿਰ ਨਜਾਇਜ਼ ਫਾਇਦਾ ਚੱਕਿਆ ਜਾਂਦਾ ਅਤੇ ਉਹਨਾਂ ਨੂੰ ਹਿਸਾਬ ਬਹੁਤ ਆ। ਟਾਈਮ ਬਹੁਤ ਹੋ ਗਿਆ ਇੰਡਸਟਰੀ ਦੇ ਵਿੱਚ ਇਹ ਕੰਮ ਕਰਦਿਆਂ ਨੂੰ, ਉਹਨਾਂ ਨੂੰ ਹਿਸਾਬ ਆਇਆ ਹੋਇਆ ਤੁਹਾਡਾ ਉਹਨਾਂ ਨੂੰ, ਸਾਡਾ ਖਾਸ ਕਰਕੇ ਪਿੰਡਾਂ ਵਾਲਿਆਂ ਦਾ ਹਿਸਾਬ ਆਇਆ ਹੋਇਆ, ਕਿਉਂਕਿ ਪਤਾ ਉਹਨਾਂ ਨੂੰ ਪਤਾ ਵੀ ਆਹੀ ਪੂੰਜੀ ਉਹਨਾਂ ਕੋਲੇ ਉਹ ਫਸੀ ਹੋਈ ਆ। ਜਦੋਂ ਤੁਹਾਨੂੰ ਲੱਗਦਾ ਥੋੜ੍ਹਾ ਜਿਹਾ ਤੁਸੀਂ ਉਸ ਪਰਟੀਕੂਲਰ ਅਮਾਊਂਟ ਨੂੰ ਲੈ ਕੇ ਉਹਨਾਂ ਨੂੰ ਡਰਾਓਗੇ, ਉਹ ਡਰ ਕੇ ਭੱਜਣਗੇ। ਇਸ ਲਈ ਬਿਲਕੁਲ ਨਾ ਪੈਨਿਕ ਹੋਵੋ। ਜੇ ਤੁਹਾਨੂੰ ਲੱਗਦਾ ਤੁਸੀਂ ਸਿਸਟਮੈਟਿਕ ਤਰੀਕੇ ਨਾਲ ਆਪਦਾ ਕਾਲਜ ਚੇਂਜ ਕਰੋ। ਕਾਲਜ ਤਾਂ ਆਵਾਜ਼ਾਂ ਮਾਰੀ ਜਾਂਦਾ, ਤੁਹਾਨੂੰ ਕਹੀ ਜਾਂਦਾ ਈਮੇਲ ਕਰਕੇ ਵੀ ਕਰ ਲਓ ਚੇਂਜ। ਜੇ ਤੁਸੀਂ ਨਹੀਂ ਵੇਟ ਕਰ ਸਕਦੇ, ਮੇਰੀ ਰਿਕਮੈਂਡੇਸ਼ਨ ਤਾਂ ਇਹੀ ਹੈ, ਵੇਟ ਕਰੋ। ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਤੁਸੀਂ ਕਰਨਾ ਚਾਹੁੰਦੇ ਹੋ ਤਰੀਕੇ ਦੇ ਨਾਲ, ਤਾਂ ਕਰ ਲਓ। ਕਾਲਜ ਤਾਂ ਫੀਸਾਂ ਨੂੰ ਕਹੀ ਜਾਂਦਾ ਵਾਪਸ ਲੈ ਲਓ, ਵਾਪਸ ਲੈਣੀਆਂ ਵਾਪਸ ਲੈ ਲਓ, ਕਿਸੇ ਹੋਰ ਕਾਲਜ ਟਰਾਂਸਫਰ ਕਰਨੀਆਂ ਹੋਰ ਕਾਲਜ ਟਰਾਂਸਫਰ ਕਰ ਲਓ। ਜਿਨ੍ਹਾਂ ਨੇ ਭੱਜਣਾ ਹੁੰਦਾ ਉਹ ਇਹ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ। ਸੋ ਦੋਸਤੋ, ਇਹ ਇੱਕ ਬੇਤੁਕੀ ਐਂਡ ਜਮਾਂ ਹੀ ਇੱਕ ਘਟੀਆ ਲੈਵਲ ਦੀ ਰਾਜਨੀਤੀ ਹੈ ਤੁਹਾਨੂੰ ਡਰਾਉਣ ਦੇ ਲਈ। ਇਹ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਮਾੜੇ ਸਮੇਂ ਦੇ ਵਿੱਚ ਆਪਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ। ਬਥੇਰੇ ਉਹਨਾਂ ਨੇ ਪੈਸੇ ਕਮਾ ਲਏ ਆ, ਇਹ ਪੈਸਿਆਂ ਦਾ ਕੋਈ ਅੰਤ ਨਹੀਂ ਹੁੰਦਾ। ਨਾਲੇ ਕਮਾਈ ਚੱਲਿਓ, ਹੁਣ ਕਿੱਡੀ ਕੁ ਗੱਲ ਆ, ਡਰਾ ਕੇ ਥੋੜ੍ਹੀ ਕਮਾਉਣਾ। ਬਥੇਰੀਆਂ ਤੁਹਾਡੇ ਦਫ਼ਤਰ ਨੇ, ਬਥੇਰੇ ਵੱਡੇ ਵੱਡੇ ਆਫਿਸ ਨੇ, ਆਈ ਜਾਂਦੇ ਨੇ ਲੋਕ ਤੁਹਾਡੇ ਕੋਲ। ਇਹ ਜ਼ਰੂਰੀ ਨਹੀਂ ਹੁੰਦਾ ਆਪਾਂ ਡਰਾਉਣਾ ਧਮਕਾਉਣਾ ਹੀ ਆ ਲੋਕਾਂ ਨੂੰ। ਪਿਆਰ ਨਾਲ ਸਮਝਾ ਕੇ ਸਹੀ ਗੱਲ ਦੱਸ ਕੇ ਵੀ ਪੈਸੇ ਕਮਾਏ ਜਾ ਸਕਦੇ ਨੇ, ਪਰ ਉਹ ਫਿਰ ਚੋਰ ਮੋਰੀਆਂ ਸਾਰੀਆਂ ਦੱਸਣੀਆਂ ਪੈਂਦੀਆਂ ਨਾ ਤੁਹਾਨੂੰ। ਲੂਪ ਹੋਲਸ ਸਾਰੇ ਆਪਦੇ ਕਲੀਅਰ ਹੋ ਜਾਂਦੇ ਨੇ ਜਦੋਂ ਅਵੇਅਰ ਕੀਤਾ ਜਾਂਦਾ। ਸੋ ਦੋਸਤੋ, ਬਿਲਕੁਲ ਨਾ ਘਬਰਾਓ, ਕਿਤੇ ਨਹੀਂ ਚੱਲੇ ਉਹ ਕਾਲਜ, ਇੱਥੇ ਹੀ ਰਹਿਣਗੇ। ਇੰਨਾ ਕਹਿੰਦਾ ਖਿਮਤ ਜਾ ਚੁੱਕਾ। ਧੰਨਵਾਦ।